ਜਦੋਂ ਤੁਸੀਂ ਦੁਨੀਆ ਭਰ ਵਿੱਚ ਭਾਰਤ ਸਮੇਤ ਅਮਰੀਕਾ ਸਮੇਤ ਔਰਤਾਂ ਦੇ ਕਤਲਾਂ ਨੂੰ ਵੇਖਦੇ ਹੋ ਤਾਂ ਇਹ ਪਤਾ ਲੱਗਦਾ ਹੈ ਕਿ ਬਹੁਤ ਵੱਡੀ ਗਿਣਤੀ 'ਚ ਉਹ ਕਤਲ ਉਹਨਾਂ ਦੇ ਨੇੜਲੇ ਰਿਸ਼ਤੇਦਾਰਾਂ ਜਾਂ ਪ੍ਰੇਮੀਆਂ ਦੇ ਹੱਥੀਂ ਕੀਤੇ ਗਏ ਹਨ। Horrific murder that has shocked the nation. A national level tennis player was shot dead yesterday by her father in her own 3-story house in Gurugram, a cosmopolitan city. ਜੋ ਪਿਓ ਨੇ ਕੀਤਾ ਉਹ ਸਭ ਤੋਂ ਵੱਧ ਹੈਵਾਨੀ ਕਰਤੂਤਾਂ ਵਿੱਚੋਂ ਇੱਕ ਹੈ। ਇਹ ਕੀ ਹੁੰਦਾ ਹੈ ਕਿ ਅਸੀਂ ਇੰਨੇ ਘਟੀਆ ਪੱਧਰ ਤੇ ਪਹੁੰਚ ਜਾਂਦੇ ਹਾਂ ਕਿ ਅਜਿਹਾ ਜ਼ੁਲਮ ਕਰ ਬੈਠਦੇ ਹਾਂ। ਜੋ ਕੁਝ ਵੀ ਮਿੱਠਾ ਲੱਗਦਾ ਹੈ ਉਸ ਨੂੰ ਪਿਆਰ ਆਖ ਦਿੰਦੇ ਹਨ ਤੇ ਫਿਰ ਬੂਮ ਇੱਕ ਧਮਾਕਾ ਹੁੰਦਾ ਹੈ। ਫਿਰ ਤੁਸੀਂ ਹੈਰਾਨ ਹੋ ਕੇ ਆਖਦੇ ਹੋ ਇਹ ਮੇਰੇ ਨਾਲ ਕਿਵੇਂ ਹੋ ਗਿਆ, ਇਹ ਮੇਰੇ ਨਾਲ ਕਿਵੇਂ ਹੋ ਗਿਆ, ਇਹ ਤਾਂ ਹਮੇਸ਼ਾ ਤੋਂ ਹੀ ਹੋ ਰਿਹਾ ਸੀ। ਤੁਸੀਂ ਉਹ ਹਿੰਸਾ ਰਿਜੜੀ ਨਹੀਂ ਵੇਖੀ। ਸੁਣੋ ਉਹ ਉੱਚਾ ਧਮਾਕਾ ਜੋ ਵਾਰ-ਵਾਰ ਹੋ ਰਿਹਾ ਹੈ। ਸਿਰਫ ਕਦੇ-ਕਦੇ ਹੀ ਸਾਨੂੰ ਖੂਨ ਵਗਦਿਆ ਦਿਸਦਾ ਹੈ ਜਾਂ ਗੋਲੀਆਂ ਦੀ ਆਵਾਜ਼ ਸੁਣਾਈ ਦਿੰਦੀ ਹੈ। ਹੋਰ ਸਮਿਆਂ 'ਚ ਅਸੀਂ ਸੋਚਦੇ ਹਾਂ ਕਿ ਸਥਿਤੀ ਠੀਕ ਹੀ ਹੈ। ਅਸੀਂ ਆਖਦੇ ਹਾਂ ਇਹ ਇੱਕ ਸ਼ਾਂਤੀ ਭਰਿਆ ਰਿਸ਼ਤਾ ਹੈ, ਪਰ ਗੱਲ ਇਹ ਹੈ ਕਿ ਅਸਲ ਵਿੱਚ ਉਹ ਰਿਸ਼ਤਾ ਸ਼ਾਂਤ ਹੈ ਹੀ ਨਹੀਂ। ਜੋ ਪਿਆਰ ਦੇ ਨਾਂ ਤੇ ਚੱਲ ਰਿਹਾ ਹੈ ਉਹ ਜ਼ਿਆਦਾਤਰ ਕੁਝ ਬਹੁਤ ਹੀ ਕਰੂਪ ਅਤੇ ਸੰਭਾਵਿਤ ਤੌਰ ਤੇ ਬਹੁਤ ਹਿੰਸਕ ਹੈ। ਨਮਸਤੇ ਆਚਾर्य ਜੀ। ਸਭ ਤੋਂ ਪਹਿਲਾਂ ਮੈਂ ਆਪਣੀ ਪਹਿਚਾਣ ਦੇਣਾ ਚਾਹੁੰਦੀ ਹਾਂ। ਮੇਰਾ ਨਾਮ ਆਰਾ ਹੈ। ਮੈਂ ਲਗਭਗ 30 ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਹੀ ਹਾਂ ਅਤੇ ਇੱਕ ਹਾਈ ਸਕੂਲ ਦੀ ਸਾਇੰਸ ਅਧਿਆਪਿਕਾ ਹਾਂ। ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦੀ ਹਾਂ। ਬਹੁਤ ਬਹੁਤ ਧੰਨਵਾਦ। ਮੈਨੂੰ ਨਹੀਂ ਪਤਾ ਕਿ ਕਿੰਨੀ ਵਾਰੀ ਇਹ ਸ਼ਬਦ ਕਹਿਣੇ ਪੈਣਗੇ ਤਾਂ ਜੋ ਮੇਰੀ ਕਦਰਦਾਨੀ ਠੀਕ ਤਰੀਕੇ ਨਾਲ ਜ਼ਾਹਰ ਹੋ ਸਕੇ। ਸ਼ਬਦ ਕਾਫੀ ਨਹੀਂ ਹਨ। ਮੈਂ ਆਪਣੀ ਪੂਰੀ ਜ਼ਿੰਦਗੀ ਇਸ ਖੋਜ ਵਿੱਚ ਲਗਾਈ ਹੈ, ਪਰ ਹੁਣ ਮੈਨੂੰ ਲੱਗਦਾ ਹੈ ਕਿ ਮੈਂ ਉੱਥੇ ਪਹੁੰਚ ਗਈ ਹਾਂ ਜਿੱਥੇ ਮੈਨੂੰ ਹੋਣਾ ਚਾਹੀਦਾ ਸੀ। ਪਰ ਅੱਜ ਦਾ ਸਵਾਲ ਗੁਰੂਗ੍ਰਾਮ ਵਿੱਚ ਹੋਏ ਉਸ ਘਟਨਾ ਬਾਰੇ ਹੈ ਜਿੱਥੇ ਇੱਕ ਪਿਤਾ ਨੇ ਆਪਣੀ ਹੀ ਧੀ ਨੂੰ ਮਾਰ ਦਿੱਤਾ। ਜੇ ਅਸੀਂ ਧੀ ਦੀਆਂ ਉਪਲਬਧੀਆਂ ਵੇਖੀਏ ਤਾਂ ਲੱਗਦਾ ਹੈ ਕਿ ਉਸਨੇ ਵਾਕਈ ਬਹੁਤ ਵਧੀਆ ਕੀਤਾ ਸੀ ਅਤੇ ਉਸ ਪੱਧਰ ਤੱਕ ਪਹੁੰਚਣਾ ਬਿਨਾਂ ਪਰਿਵਾਰ ਅਤੇ ਮਾਪਿਆਂ ਦੇ ਸਹਿਯੋਗ ਦੇ ਮੁਸ਼ਕਿਲ ਹੈ। ਪਰ ਜੋ ਕੁਝ ਵੀ ਪਿਤਾ ਨੇ ਕੀਤਾ ਉਹ ਸਭ ਤੋਂ ਭਿਆਨਕ ਕੰਮਾਂ ਵਿੱਚੋਂ ਇੱਕ ਹੈ। ਤਾਂ ਫਿਰ ਗਲਤੀ ਕਿੱਥੇ ਹੋ ਜਾਂਦੀ ਹੈ? ਕੀ ਹੁੰਦਾ ਹੈ ਜੋ ਇਨਸਾਨ ਇਹਨਾਂ ਹੱਦਾਂ ਤੱਕ ਪੁੱਜ ਜਾਂਦਾ ਹੈ ਐਸਾ ਜੁਰਮ ਕਰਨ ਲਈ? ਇਹ ਤਾਂ ਨਹੀਂ ਲੱਗ ਰਿਹਾ ਕਿ ਉਹ ਪਿਤਾ ਕੋਈ ਅਪਰਾਧੀ ਸੀ ਜਾਂ ਉਸਦੀ ਸੋਚ ਕਿਸੇ ਅਪਰਾਧੀਆਂ ਵਾਲੀ ਸੀ। ਤਾਂ ਤੁਹਾਡਾ ਕੀ ਵਿਚਾਰ ਹੈ? ਸਾਨੂੰ ਇਸ ਮਾਮਲੇ ਦੇ ਤੱਥਾਂ ਬਾਰੇ ਪੂਰੀ ਜਾਣਕਾਰੀ ਨਹੀਂ ਹੈ, ਇਸ ਲਈ ਮੈਂ ਇਸ ਖਾਸ ਮਾਮਲੇ ਤੇ ਸਿੱਧਾ ਕੁਝ ਨਹੀਂ ਕਹਿ ਸਕਦਾ। ਹਾਲਾਂਕਿ ਵੱਡੇ ਪੱਧਰ ਤੇ ਗੱਲ ਕਰੀਏ ਤਾਂ ਇਹ ਤਾਂ ਪੱਕਾ ਹੈ ਕਿ ਇੱਕ ਨੌਜਵਾਨ ਕੁੜੀ ਦੀ ਹੱਤਿਆ ਹੋਈ ਹੈ। ਇਹ ਨਿਸ਼ਚਿਤ ਹੈ। ਅਸੀਂ ਇਹ ਵੀ ਜਾਣਦੇ ਹਾਂ ਕਿ ਜੋ ਕਾਤਲ ਹੈ ਉਹ ਉਸਦਾ ਆਪਣਾ ਪਿਤਾ ਹੀ ਸੀ। ਇਹ ਵੀ ਤੱਥ ਹੈ, ਪਰ ਇਸ ਤੋਂ ਇਲਾਵਾ ਅਸੀਂ ਇਹ ਨਹੀਂ ਜਾਣਦੇ ਕਿ ਕੀ ਤਰੀਕੇ ਵਰਤੇ ਗਏ, ਕੀ ਉਦੇਸ਼ ਸਨ ਅਤੇ ਪਿਛਲੇ ਕਈ ਮਹੀਨਿਆਂ ਜਾਂ ਸਾਲਾਂ ਤੋਂ ਕੀ ਚੱਲ ਰਿਹਾ ਸੀ। ਅਸੀਂ ਇਹ ਨਹੀਂ ਜਾਣਦੇ, ਪਰ ਹਾਂ ਅਸੀਂ ਇਹਨਾਂ ਸਾਰੇ ਮਾਮਲਿਆਂ ਬਾਰੇ ਇੱਕ ਆਮ ਢੰਗ ਨਾਲ ਗੱਲ ਕਰ ਸਕਦੇ ਹਾਂ। ਨਾ ਕਿ ਇਸ ਖਾਸ ਮਾਮਲੇ ਬਾਰੇ, ਪਰ ਇਹ ਤਾਂ ਕੋਈ ਇੱਕ ਮਾਮਲਾ ਹੈ ਵੀ ਨਹੀਂ, ਇਹ ਤਾਂ ਇੱਕ ਸ਼੍ਰੇਣੀ ਹੈ। ਅਸੀਂ ਇਸ ਸ਼੍ਰੇਣੀ ਬਾਰੇ ਗੱਲ ਕਰ ਸਕਦੇ ਹਾਂ। ਹਾਂ, ਇਹ ਇੱਕ ਮਹੱਤਵਪੂਰਨ ਗੱਲ ਹੈ ਜੋ ਤੁਸੀਂ ਚੁੱਕੀ। ਤੁਸੀਂ ਕਿਹਾ ਕਿ ਜਿਸ ਕੁੜੀ ਦੀ ਹੱਤਿਆ ਹੋਈ ਉਹ ਆਪਣੇ ਖੇਡ ਵਿੱਚ ਇੱਕ ਉੱਚੇ ਮੁਕਾਮ ਤੱਕ ਪਹੁੰਚ ਚੁੱਕੀ ਸੀ ਅਤੇ ਇਹ ਪਰਿਵਾਰ ਦੀ ਸਹਾਇਤਾ ਅਤੇ ਆਸ-ਪਾਸ ਦੇ ਮਾਹੌਲ ਦੇ ਬਿਨਾਂ ਨਹੀਂ ਹੋ ਸਕਦਾ। ਅਤੇ ਇਹ ਸਹਾਇਤਾ ਸਿਰਫ ਮਨਜ਼ੂਰੀ ਦੇ ਰੂਪ ਵਿੱਚ ਨਹੀਂ, ਬਲਕਿ ਇਸ ਦੇ ਲਈ ਸਰਗਰਮ ਵਿੱਤੀ ਮਦਦ ਅਤੇ ਹੋਰ ਕੁਝ ਚੀਜ਼ਾਂ ਦੀ ਵੀ ਲੋੜ ਹੁੰਦੀ ਹੈ। ਇਹ ਸਾਰਾ ਕੁਝ ਪਹਿਲਾਂ ਤੋਂ ਹੀ ਆਉਣ ਵਾਲਾ ਸੀ।
ਤੇ ਫਿਰ ਅਸੀਂ ਵੇਖਦੇ ਹਾਂ ਇਹ ਘਟਨਾ ਜੋ ਕਿ ਅਚਾਨਕ ਲੱਗਦੀ ਹੈ। ਇਹ ਲੱਗਦਾ ਹੈ ਜਿਵੇਂ ਕਿ ਇਸ ਸਾਰੇ ਪਰਵਾਹ ਦੇ ਖਿਲਾਫ ਜਾਂਦੀ ਹੋਵੇ। ਇਹ ਬਿਰਤਾਂਤ ਨੂੰ ਤੋੜਦੀ ਹੋਈ ਲੱਗਦੀ ਹੈ, ਪਰ ਦੇਖੋ ਬਿਰਤਾਂਤ ਕਦੇ ਵੀ ਤੋੜੇ ਨਹੀਂ ਜਾਂਦੇ। ਜੋ ਕੁਝ ਤੋੜ ਵਾਂਗ ਲੱਗਦਾ ਹੈ ਉਹ ਸਿਰਫ ਇੱਕ ਪ੍ਰਗਟਾਵਾ ਹੁੰਦਾ ਹੈ, ਕੁਝ ਵੀ ਅਚਾਨਕ ਨਹੀਂ ਹੁੰਦਾ। ਇਹ ਮਾਮਲਾ ਹੋਵੇ ਜਾਂ ਹੋਰ ਕੋਈ ਵੀ ਮਾਮਲਾ, ਜਿੱਥੇ ਵੀ ਵਾਪਰੇ, ਜਦੋਂ ਵੀ ਵਾਪਰੇ, ਜੇਕਰ ਤੁਸੀਂ ਕਿਸੇ ਭਿਆਨਕ ਹਿੰਸਾ ਜਾਂ ਅਚਾਨਕ ਧਮਾਕੇ ਦੀ ਘਟਨਾ ਵੇਖੋ ਤਾਂ ਇਹ ਪੱਕਾ ਹੈ ਕਿ ਇਹ ਕਦੇ ਵੀ ਅਚਾਨਕ ਨਹੀਂ ਹੋ ਸਕਦਾ। ਇਹ ਸਦਾ ਹੀ ਉੱਥੇ ਮੌਜੂਦ ਸੀ। ਸਿਰਫ ਇਹ ਹੈ ਕਿ ਇੱਕ ਖਾਸ ਪਲ 'ਚ ਇਹ ਦਿਖਾਈ ਦੇ ਜਾਂਦਾ ਹੈ, ਤੇ ਇਹ ਵੀ ਹੋ ਸਕਦਾ ਹੈ ਕਿ ਅਗਲੇ 50 ਸਾਲਾਂ ਤੱਕ ਇਹ ਮੁੜ ਕਦੇ ਵੀ ਨਾ ਦਿਖੇ। ਇਸ ਤਰ੍ਹਾਂ ਵੀ ਹੋ ਸਕਦਾ ਸੀ ਅਤੇ ਜ਼ਿਆਦਾਤਰ ਕੇਸਾਂ ਵਿੱਚ ਹੁੰਦਾ ਵੀ ਹੈ। ਇਹ ਬਿਲਕੁਲ ਸੰਭਵ ਹੈ ਕਿ ਪਿਓ ਜਾਂ ਭਰਾ ਜਾਂ ਪ੍ਰੇਮੀ ਔਰਤ ਨੂੰ ਮਾਰਨ ਦਾ ਫੈਸਲਾ ਕਰ ਲਏ, ਪਰ ਆਖਰੀ ਪਲ ਵਿੱਚ ਐਨ ਮੌਕੇ ਤੇ ਉਹ ਆਪਣਾ ਮਨ ਬਦਲ ਲਵੇ, ਜਾਂ ਕਿਸੇ ਵਜੋਂ ਕੋਈ ਆ ਗਿਆ, ਘੰਟੀ ਵੱਜ ਗਈ ਤੇ ਉਹ ਪਲ ਲੰਘ ਜਾਵੇ, ਤੇ ਫਿਰ ਸਿਰਫ ਸਥਿਤੀ ਕਰਕੇ ਅਜਿਹਾ ਮੌਕਾ ਮੁੜ ਕਦੇ ਨਹੀਂ ਆਇਆ ਜਾਂ 15 ਸਾਲ ਬਾਅਦ ਆਇਆ, ਤੇ ਅਸੀਂ ਆਪਣੇ ਆਪ ਨੂੰ ਇਹ ਕਹਿਣ ਦਾ ਹੱਕ ਦੇ ਦਿੰਦੇ ਹਾਂ ਕਿ ਪਿਛਲੇ 15 ਸਾਲ ਚੰਗੇ ਗੁਜ਼ਰੇ ਹਨ, ਜਾਂ ਫਿਰ ਅਗਲੇ 50 ਸਾਲ ਤੱਕ ਸਭ ਕੁਝ ਠੀਕ ਰਹਿੰਦਾ ਹੈ ਜਦ ਤੱਕ ਦੋਵੇਂ ਲੋਕ ਕੁਦਰਤੀ ਮੌਤ ਨਾ ਮਰ ਜਾਣ। ਨਹੀਂ, ਅਸਲ ਵਿੱਚ ਐਸਾ ਨਹੀਂ ਹੁੰਦਾ। ਜ਼ਿਆਦਾਤਰ ਰਿਸ਼ਤੇ, ਖਾਸ ਕਰਕੇ ਜਿੱਥੇ ਨੌਜਵਾਨ ਕੁੜੀਆਂ ਸ਼ਾਮਿਲ ਹੁੰਦੀਆਂ ਹਨ, ਉਹ ਹਮੇਸ਼ਾ ਕਿਨਾਰੇ ਤੇ ਹੀ ਰਹਿੰਦੇ ਹਨ, ਹਮੇਸ਼ਾ ਕਿਸੇ ਵੱਡੀ ਤਬਾਹੀ ਦੇ ਕਗਾਰ ਤੇ। ਅਕਸਰ ਇਹਨਾਂ ਘਟਨਾਵਾਂ ਨੂੰ ਡਰ ਜਾਂ ਕਿਸੇ ਅਣਜਾਣੇ ਹਾਲਾਤਾਂ ਕਰਕੇ ਰੋਕ ਲਿਆ ਜਾਂਦਾ ਹੈ। ਇਸ ਕਰਕੇ ਸਾਨੂੰ ਉਹ ਵੱਡਾ ਧਮਾਕਾ ਬਹੁਤ ਵਾਰੀ ਸੁਣਨ ਨੂੰ ਨਹੀਂ ਮਿਲਦਾ। ਕਦੇ-ਕਦੇ ਹੀ ਇਹ ਸੱਚਮੁੱਚ ਵਾਪਰਦਾ ਹੈ। ਕਦੇ-ਕਦੇ ਹੀ ਅਸੀਂ ਖੂਨ ਵਗਦਿਆਂ ਵੇਖਦੇ ਹਾਂ ਤੇ ਗੋਲੀਆਂ ਚਲਦੀਆਂ ਸੁਣਦੇ ਹਾਂ। ਹੋਰ ਸਮਿਆਂ 'ਚ ਤਾਂ ਅਸੀਂ ਸੋਚਦੇ ਹਾਂ ਕਿ ਹਾਲਾਤ ਨਾਰਮਲ ਹਨ। ਅਸੀਂ ਕਹਿ ਦਿੰਦੇ ਹਾਂ ਕਿ ਇਹ ਇੱਕ ਸ਼ਾਂਤੀ ਭਰਿਆ ਰਿਸ਼ਤਾ ਹੈ, ਪਰ ਗੱਲ ਇਹ ਹੈ ਕਿ ਇਹ ਕਦੀ ਵੀ ਅਸਲ 'ਚ ਸ਼ਾਂਤ ਸੀ ਹੀ ਨਹੀਂ। ਸਿਰਫ ਇਸ ਗੱਲ ਕਰਕੇ ਕਿ ਸਾਨੂੰ ਗੋਲੀਆਂ ਦੀ ਆਵਾਜ਼ ਸੁਣਾਈ ਨਹੀਂ ਦੇ ਰਹੀ, ਇਹ ਨਹੀਂ ਮਤਲਬ ਕਿ ਜੋੜਿਆਂ ਵਿਚਕਾਰ ਜਾਂ ਮਾਪਿਆਂ ਤੇ ਬੱਚਿਆਂ ਵਿਚਕਾਰ ਸਭ ਕੁਝ ਸ਼ਾਂਤ ਹੈ। ਖਾਸ ਕਰਕੇ ਧੀਆਂ ਵਿਚਕਾਰ ਨਹੀਂ, ਬਿਲਕੁਲ ਵੀ ਨਹੀਂ। ਤੁਸੀਂ ਕਿਹਾ ਕਿ ਜੇਕਰ ਕੁੜੀ ਆਪਣੀ ਪੇਸ਼ਾਵਰ ਜ਼ਿੰਦਗੀ ਵਿੱਚ ਇੰਨੀ ਅੱਗੇ ਵੱਧ ਗਈ ਤਾਂ ਜ਼ਰੂਰ ਕੋਈ ਸਰਗਰਮ ਸਹਿਯੋਗ ਤਾਂ ਰਿਹਾ ਹੀ ਹੋਵੇਗਾ। ਹਾਂ, ਪਰ ਤੁਸੀਂ ਵੇਖੋ ਕਿ ਉੱਥੇ ਇੱਕ ਅਦਿੱਖ ਹੱਦ ਅਤੇ ਇੱਕ ਕੱਚ ਦੀ ਛੱਤ ਵੀ ਹੈ। ਤੂੰ ਕਰ ਸਕਦੀ ਹੈ, ਤੂੰ ਜ਼ਰੂਰ ਕਰ ਸਕਦੀ ਹੈ, ਪਰ ਸਿਰਫ ਇੱਕ ਹੱਦ ਤੱਕ ਹੀ ਕਰ ਸਕਦੀ ਹੈ। ਤੈਨੂੰ ਵੀ ਕੁਝ ਹੱਦਾਂ ਤੱਕ ਹੀ ਕਰਨ ਦੀ ਇਜਾਜ਼ਤ ਮਿਲੇਗੀ, ਕਿਉਂਕਿ ਵੇਖ, ਅਸੀਂ ਨਹੀਂ ਚਾਹੁੰਦੇ ਕਿ ਲੋਕ ਸਾਨੂੰ ਮਾੜਾ ਕਹਿਣ। ਅਸੀਂ ਨਹੀਂ ਚਾਹੁੰਦੇ ਕਿ ਸਾਨੂੰ ਪਿਛੜੇ ਹੋਏ ਕਿਹਾ ਜਾਏ। ਅਸੀਂ ਚਾਹੁੰਦੇ ਹਾਂ ਕਿ ਅਸੀਂ ਨੈਤਿਕਤਾ ਦੇ ਸਹੀ ਪਾਸੇ ਰਹੀਏ। ਇਸ ਲਈ ਜਦੋਂ ਧੀ ਕੁਝ ਮੰਗਦੀ ਹੈ ਤਾਂ ਉਨੀ ਹੱਦ ਤੱਕ ਦਿੱਤਾ ਜਾਂਦਾ ਹੈ ਜਿੰਨੀ ਹੱਦ ਤੱਕ ਸੱਭਿਆਚਾਰ, ਸੋਚ ਵਿਚਾਰ ਅਤੇ ਆਪਣੇ ਲਾਭ ਇਜਾਜ਼ਤ ਦੇਣ। ਇਸ ਗੱਲ ਤੋਂ ਬਿਲਕੁਲ ਵੀ ਧੋਖਾ ਨਾ ਖਾ ਲੈਣਾ। ਠੋਸ ਹੱਦਾਂ ਹਨ ਅਤੇ ਉਹ ਹੱਦਾਂ ਵਿੱਚ ਵਿਸਫੋਟਕ ਪਾਏ ਹੋਏ ਹਨ। ਉਹ ਤੁਸੀਂ ਉੱਥੇ ਕਦਮ ਰੱਖਦੇ ਹੋ ਤੇ ਧਮਾਕਾ ਹੋ ਜਾਂਦਾ ਹੈ। ਜੋ ਮੈਂ ਸਮਝਿਆ ਉਹ ਇਹ ਕਿ ਮਾਪੇ ਆਪਣੇ ਬੱਚਿਆਂ ਲਈ ਕਰ ਰਹੇ ਹਨ, ਪਰ ਉਹ ਆਪਣੀ ਮਾਨਸਿਕ ਸੋਚ ਦੀ ਹੱਦ ਵਿੱਚ ਰਹਿ ਕੇ ਕਰ ਰਹੇ ਹਨ। ਜੇ ਗੱਲ ਉਸ ਹੱਦ ਤੋਂ ਉੱਪਰ ਚਲੀ ਜਾਏ ਤਾਂ ਫਿਰ ਉਹਨਾਂ ਨੂੰ ਮਨਜ਼ੂਰ ਨਹੀਂ। ਫਿਰ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਹਨ। ਹਾਂ, ਵੇਖੋ, ਪੰਛੀ ਨੂੰ ਉੱਡਣ ਦੀ ਟ੍ਰੇਨਿੰਗ ਦੇਣੀ ਪੈਂਦੀ ਹੈ ਤਾਂ ਜੋ ਉਹ ਸੋਹਣਾ ਲੱਗੇ।
ਤੇ ਫਿਰ ਉਹ ਦਰਵਾਜ਼ੇ ਜਾਂ ਅਲਮਾਰੀ ਤੇ ਬੈਠ ਸਕਦਾ ਹੈ ਜਾਂ ਇੱਕ ਕਮਰੇ ਤੋਂ ਦੂਜੇ ਕਮਰੇ ਵੱਲ ਉੱਡ ਸਕਦਾ ਹੈ। ਠੀਕ, ਮੁੱਦਾ ਇਹ ਹੈ ਕਿ ਪੰਛੀ ਥੋੜੀ ਦੇਰ ਬਾਅਦ ਖੁੱਲੇ ਆਸਮਾਨ ਵਿੱਚ ਉੱਡਣ ਦੀ ਇੱਛਾ ਕਰਦਾ ਹੈ ਤੇ ਫਿਰ ਹਥਿਆਰ ਨਿਕਲਦੇ ਹਨ ਤੇ ਗੋਲੀਆਂ ਚੱਲਦੀਆਂ ਹਨ। ਬਸ ਉਦੋਂ ਤੱਕ ਠੀਕ ਹੈ ਜਦ ਤੱਕ ਤੁਸੀਂ ਸੀਮਤ ਆਜ਼ਾਦੀ, ਸ਼ਰਤਾਂ ਵਾਲੀ ਆਜ਼ਾਦੀ, ਸਥਿਤੀ ਅਧੀਨ ਆਜ਼ਾਦੀ, ਕੱਟ-ਛਾਂਟ ਵਾਲੀ ਆਜ਼ਾਦੀ ਤੱਕ ਸੀਮਿਤ ਰਹਿਣ ਨੂੰ ਤਿਆਰ ਹੋ, ਕਿਉਂਕਿ ਤੈਨੂੰ ਇੰਨੀ ਆਜ਼ਾਦੀ ਦੇਣ ਨਾਲ ਮੈਨੂੰ ਆਪਣੇ ਆਪ ਤੇ ਮਾਣ ਮਹਿਸੂਸ ਹੁੰਦਾ ਹੈ। ਅਸੀਂ ਚੰਗੇ ਮਾਪੇ ਹਾਂ। ਮੈਂ ਬਹੁਤ ਹੀ ਦਇਆਲੂ ਪਿਤਾ ਹਾਂ। ਮੈਂ ਇੱਕ ਪਿਆਰ ਕਰਨ ਵਾਲੀ ਤੇ ਸੰਭਾਲਣ ਵਾਲੀ ਮਾਂ ਹਾਂ। ਵੇਖਿਆ ਤੂੰ ਕਿ ਮੈਂ ਤੇਰੇ ਲਈ ਕਿੰਨਾ ਕੁਝ ਕਰਦਾ ਹਾਂ। ਵੇਖਿਆ ਕਿ ਮੈਂ ਤੇਰੇ ਲਈ ਕਿੰਨਾ ਕੁਝ ਕਰਦਾ ਹਾਂ। ਮੈਂ ਇੱਕ ਵਧੀਆ ਪਤੀ ਹਾਂ, ਬਹੁਤ ਹੀ ਜ਼ਿੰਮੇਵਾਰ। ਅਤੇ ਇਹ ਸਾਰਾ ਕੁਝ ਸਿਰਫ ਠੀਕ ਹੀ ਨਹੀਂ ਲੱਗਦਾ, ਸਗੋਂ ਕਾਫੀ ਸੁਹਾਵਣਾ ਵੀ ਲੱਗਦਾ ਹੈ। ਪਰ ਜਿਵੇਂ ਹੀ ਤੁਸੀਂ ਹੱਦਾਂ ਦੀ ਪਰਖ ਕਰਦੇ ਹੋ, ਤੁਹਾਨੂੰ ਪਤਾ ਲੱਗਦਾ ਹੈ ਕਿ ਤੁਹਾਨੂੰ ਤਾਂ ਧਮਾਕੇ ਦੀ ਆਵਾਜ਼ ਸੁਣਨ ਜੋਗਾ ਵੀ ਨਹੀਂ ਛੱਡਿਆ ਗਿਆ। ਅਸੀਂ ਪਹਿਲਾਂ ਹੀ ਕਿਹਾ ਸੀ ਕਿ ਇਹ ਹੱਦਾਂ ਵਿੱਚ ਬੰਬ ਲੱਗੇ ਹੋਏ ਹਨ। ਤੁਸੀਂ ਇਸ ਨੂੰ ਇੱਕ ਫੁੱਲਾਂ ਦੇ ਬਾਗ ਵਾਂਗ ਸੋਚ ਸਕਦੇ ਹੋ, ਇੱਕ ਸੋਹਣਾ ਬਾਗ ਜਿਸ ਵਿੱਚ ਰੰਗ-ਬਿਰੰਗੇ ਤੇ ਨਰਮ ਫੁੱਲ ਹਨ। ਜੋ ਰੋਮਾਂਸ, ਤਿਤਲੀਆਂ ਅਤੇ ਇੰਦਰਧਨੁਸ਼ ਦੀ ਗੱਲ ਕਰ ਰਹੇ ਹਨ, ਉਸ ਕਿਸਮ ਦਾ ਬਾਗ, ਪਰ ਉਸ ਦੀ ਘੇਰਾਬੰਦੀ ਬੰਬਾਂ ਨਾਲ ਕੀਤੀ ਗਈ ਹੈ। ਬਾਹਰ ਕਦਮ ਰੱਖਣ ਦੀ ਕੋਸ਼ਿਸ਼ ਕੀਤੀ ਤੇ ਟੁਕੜੇ-ਟੁਕੜੇ ਹੋ ਜਾਏਗਾ। ਜਦ ਤੱਕ ਤੁਸੀਂ ਅੰਦਰ ਹੀ ਰਹੋਗੇ, ਤੁਹਾਨੂੰ ਇਹੀ ਭਰਮ ਬਣਿਆ ਰਹੇਗਾ ਕਿ ਤੁਸੀਂ ਇੱਕ ਆਜ਼ਾਦ ਪੰਛੀ ਹੋ। ਸਿਰਫ ਆਜ਼ਾਦ ਹੀ ਨਹੀਂ, ਬਲਕਿ ਪਿਆਰ ਤੇ ਸੰਭਾਲ ਵੀ ਹੋ ਰਹੀ ਏ। ਤੇ ਜੋ ਤੁਸੀਂ ਮਹਿਸੂਸ ਕਰੋਗੇ, ਉਹ ਅਸਲ ਵਿੱਚ ਵੀ ਪਿਆਰ ਵਰਗਾ ਹੀ ਲੱਗੇਗਾ। ਪਿਓ ਤੁਹਾਨੂੰ ਸਟੇਡੀਅਮ ਛੱਡਣ ਆਉਂਦਾ ਹੈ, ਪਤੀ ਤੁਹਾਨੂੰ ਦਫ਼ਤਰ ਤੋਂ ਲੈਣ ਆਉਂਦਾ ਹੈ। ਇੰਨਾ ਪਿਆਰ, ਇੰਨੀ ਸੰਭਾਲ, ਇੰਨੀ ਸੁਰੱਖਿਆ। ਅਸਲ ਗੱਲ ਇਹ ਹੈ ਕਿ ਜੋ ਚੀਜ਼ ਪਿਆਰ ਵਜੋਂ ਦੇਖੀ ਜਾਂਦੀ ਹੈ, ਉਹ ਅਕਸਰ ਬਹੁਤ ਹੀ ਕੁਰੂਪ ਹੁੰਦੀ ਹੈ ਤੇ ਕਈ ਵਾਰੀ ਬਹੁਤ ਹਿੰਸਕ ਵੀ ਹੋ ਸਕਦੀ ਹੈ। ਕੱਲ ਇੱਕ ਚਰਚਾ ਹੋਈ, ਸ਼ਿਵਾ ਵੀ ਉੱਥੇ ਮੌਜੂਦ ਸੀ। ਇਸ ਹੱਤਿਆ ਤੋਂ ਸਿਰਫ 2 ਦਿਨ ਬਾਅਦ ਈਗਾ ਸ਼ਵਾਂਤੇਕ ਉਮਰ ਬਰਾਬਰ ਨੇ ਵਿੰਬਲਡਨ ਟਰੋਫੀ ਜਿੱਤੀ। ਅਤੇ ਇਹ ਕੁੜੀ ਸਿਰਫ ਇਸ ਕਰਕੇ ਮਰੀ ਕਿਉਂਕਿ ਉਹ ਟੈਨਿਸ ਖੇਡਣਾ ਤੇ ਸਿਖਾਉਣਾ ਚਾਹੁੰਦੀ ਸੀ। ਉਹ ਪੋਲੈਂਡ ਤੋਂ ਹੈ, ਇਹੀ ਫਰਕ ਹੈ। ਜਦੋਂ ਗੱਲ ਲਿਖੀ ਹੋਈ ਪਟ ਕਥਾ ਨੂੰ ਚੁਣੌਤੀ ਦੇਣ ਦੀ ਆਉਂਦੀ ਹੈ ਤਾਂ ਪੱਛਮ ਭਾਰਤ ਨਾਲੋਂ ਥੋੜਾ ਅੱਗੇ ਹੈ। ਜਦੋਂ ਤੁਸੀਂ ਦੁਨੀਆ ਭਰ 'ਚ ਭਾਰਤ ਸਮੇਤ ਅਮਰੀਕਾ ਸਮੇਤ ਹੋਣ ਵਾਲੀਆਂ ਔਰਤਾਂ ਦੀਆਂ ਹੱਤਿਆਵਾਂ ਨੂੰ ਵੇਖਦੇ ਹੋ ਤਾਂ ਲਗਭਗ 70 ਤੋਂ 80% ਹੱਤਿਆਵਾਂ ਉਹਨਾਂ ਦੇ ਨੇੜਲੇ ਰਿਸ਼ਤੇਦਾਰਾਂ ਜਾਂ ਪ੍ਰੇਮੀਆਂ ਵੱਲੋਂ ਹੀ ਕੀਤੀਆਂ ਜਾਂਦੀਆਂ ਹਨ। ਇਹ ਗੱਲ ਔਰਤਾਂ ਤੇ ਲਾਗੂ ਹੈ, ਮਰਦਾਂ ਤੇ ਨਹੀਂ। ਆਦਮੀਆਂ ਦੇ ਕਤਲ ਕੇਸ 'ਚ ਅਕਸਰ ਕਾਤਲ ਉਹਨਾਂ ਦੇ ਨਜ਼ਦੀਕੀ ਲੋਕ ਨਹੀਂ ਹੁੰਦੇ। ਪਰ ਜਦੋਂ ਗੱਲ ਔਰਤਾਂ ਦੇ ਕਤਲ ਦੀ ਆਉਂਦੀ ਹੈ ਤਾਂ ਬਹੁਤ ਵੱਡੀ ਸੰਭਾਵਨਾ ਰਹਿੰਦੀ ਹੈ ਕਿ ਕਾਤਲ ਆਪਣਾ ਕੋਈ ਪਿਆਰਾ ਹੀ ਹੋਏ। ਆਮ ਤੌਰ ਤੇ ਉਹ ਕੋਈ ਮਰਦ ਹੁੰਦਾ ਹੈ ਜਿਸ ਨਾਲ ਉਸ ਦਾ ਪਰਿਵਾਰਕ ਰਿਸ਼ਤਾ, ਖੂਨ ਦਾ ਰਿਸ਼ਤਾ ਜਾਂ ਭਾਵਨਾਤਮਕ ਰਿਸ਼ਤਾ ਹੈ। ਆਮ ਤੌਰ ਤੇ ਉਹ ਪਿਓ ਹੁੰਦਾ ਹੈ ਜਾਂ ਭਰਾ ਜਾਂ ਪਤੀ ਜਾਂ ਪ੍ਰੇਮੀ ਜਾਂ ਸੱਸੁਰ ਜਾਂ ਕੋਈ ਹੋਰ ਆਪਣੇ ਵਿੱਚੋਂ ਹੀ।
ਇਹੀ ਉਹ ਲੋਕ ਹਨ ਜਿਨ੍ਹਾਂ ਤੋਂ ਉਹ ਸੋਚਦੀ ਹੈ ਕਿ ਉਸ ਨੂੰ ਪਿਆਰ ਮਿਲ ਰਿਹਾ ਹੈ ਅਤੇ ਇਹੀ ਕਾਰਨ ਹੈ ਕਿ ਅਕਸਰ ਮੈਨੂੰ ਸਿਰਫ ਚਿੜ ਨਹੀਂ ਹੁੰਦੀ ਬਲਕਿ ਔਰਤਾਂ ਦੇ ਮਾਮਲੇ ਵਿੱਚ ਸੱਚਮੁੱਚ ਗੁੱਸੇ ਨਾਲ ਭਰ ਜਾਂਦਾ ਹਾਂ। ਇੰਨੀ ਆਸਾਨੀ ਨਾਲ ਠੱਗੇ ਜਾਂਦੇ ਹੋ, ਜਾਣ-ਬੁੱਝ ਕੇ ਭੋਲੇ ਬਣੇ ਰਹਿੰਦੇ ਹੋ। ਜੋ ਕੁਝ ਮਿੱਠਾ ਲੱਗੇ ਉਸ ਨੂੰ ਹੀ ਪਿਆਰ ਦਾ ਨਾਂ ਦੇ ਦਿੱਤਾ ਜਾਂਦਾ ਹੈ। ਬਸ ਜਾ ਕੇ ਉਸ ਲਈ ਗੱਡੀ ਦਾ ਦਰਵਾਜ਼ਾ ਖੋਲ੍ਹ ਦਿਓ ਜਾਂ ਕਾਫੀ ਟੇਬਲ ਤੇ ਉਸ ਲਈ ਕੁਰਸੀ ਖਿੱਚ ਦਿਓ ਜਾਂ ਕੁਝ ਮਿੱਠੀਆਂ ਗੱਲਾਂ ਕਰ ਦਿਓ। ਲੱਗਦਾ ਤੂੰ ਥੋੜੀ ਪਤਲੀ ਹੋ ਗਈ ਹੈ। ਇਹ ਹਮੇਸ਼ਾ ਤੋਂ ਹੀ ਇੱਕ ਪੱਕਾ ਜਿੱਤੂ ਨੁਸਖਾ ਰਿਹਾ ਹੈ। ਅਤੇ ਫਿਰ ਧਮਾਕਾ ਹੋ ਜਾਂਦਾ ਹੈ ਅਤੇ ਫਿਰ ਤੁਸੀਂ ਕਹਿੰਦੇ ਹੋ, ਇਹ ਮੇਰੇ ਨਾਲ ਕਿਵੇਂ ਹੋ ਗਿਆ? ਇਹ ਮੇਰੇ ਨਾਲ ਕਿਵੇਂ ਹੋ ਸਕਦਾ ਹੈ? ਇਹ ਤਾਂ ਹਮੇਸ਼ਾ ਤੋਂ ਹੀ ਹੋ ਰਿਹਾ ਸੀ। ਤੁਸੀਂ ਸਿਰਫ ਆਪਣੇ ਜਜ਼ਬਾਤਾਂ, ਸੁਰੱਖਿਆ ਦੀ ਲੋੜ ਅਤੇ ਸੰਸਕਾਰਾਂ ਕਰਕੇ ਅੰਨੇ ਹੋ ਗਏ ਹੋ। ਤੁਸੀਂ ਹਿੰਸਾ ਨੂੰ ਅੰਦਰ ਹੀ ਅੰਦਰ ਨਹੀਂ ਪੱਕਦੇ ਦੇਖ ਰਹੇ। ਕਿਰਪਾ ਕਰਕੇ ਦੱਸੋ, ਐਸਿਡ ਹਮਲਿਆਂ ਦੇ ਕਿੰਨੇ ਸ਼ਿਕਾਰ ਮਰਦ ਹੁੰਦੇ ਹਨ? ਜਦੋਂ ਬ੍ਰੇਕਅਪ ਹੁੰਦਾ ਹੈ, ਜੇਕਰ ਭਾਵਨਾਤਮਕ ਸਦਮਾ ਹੈ ਤਾਂ ਉਹ ਦੋਹਾਂ ਪਾਸਿਆਂ ਤੇ ਹੋਣਾ ਚਾਹੀਦਾ ਹੈ ਨਾ? ਜਾਂ ਕਈ ਵਾਰੀ ਇੱਕ ਪਾਸੇ ਤੇ ਹੋ ਸਕਦਾ ਹੈ ਤੇ ਕਈ ਵਾਰੀ ਦੂਜੇ ਪਾਸੇ ਵੀ, ਹੈ ਨਾ? ਫਿਰ ਔਰਤਾਂ ਕਦੇ ਮਰਦਾਂ ਦੇ ਚਿਹਰੇ ਤੇ ਤੇਜ਼ਾਬ ਕਿਉਂ ਨਹੀਂ ਸੁੱਟਦੀਆਂ? ਅਸੀਂ ਇਹ ਸਵਾਲ ਨਹੀਂ ਪੁੱਛਦੇ। ਅਸੀਂ ਕਿਸੇ ਨਤੀਜੇ ਤੇ ਨਹੀਂ ਪਹੁੰਚਦੇ। ਅਸੀਂ ਸਧਾਰਨ ਤੌਰ ਤੇ ਲਾਜ਼ਮੀ ਨਿਸ਼ਕਰਸ਼ ਵੀ ਨਹੀਂ ਕਰਦੇ। ਜਿਸ ਨੂੰ ਤੁਸੀਂ ਪਿਆਰ ਸਮਝ ਬੈਠੇ ਸੀ, ਉਹ ਕਦੇ ਵੀ ਪਿਆਰ ਸੀ ਹੀ ਨਹੀਂ। ਕਦੇ ਵੀ ਨਹੀਂ। ਇਹ ਕੋਈ ਵੱਡੀ ਚੀਜ਼ ਦੇ ਖਰਾਬ ਹੋ ਜਾਣ ਜਾਂ ਵਿਗੜ ਜਾਣ ਦਾ ਮਾਮਲਾ ਨਹੀਂ ਹੈ। ਬਿਲਕੁਲ ਨਹੀਂ। ਉਹ ਚੀਜ਼ ਤਾਂ ਸ਼ੁਰੂ ਤੋਂ ਹੀ ਸੜੀ ਹੋਈ ਸੀ। ਤੇ ਤੁਸੀਂ ਖੁਸ਼ਕਿਸਮਤ ਰਹੇ ਕਿ ਧਮਾਕੇ ਵਾਲੇ ਮੌਕੇ ਤੱਕ ਬਚੇ ਰਹੇ। ਦੁਨੀਆ ਭਰ ਵਿੱਚ ਅਤੇ ਭਾਰਤ ਵਿੱਚ ਔਰਤਾਂ ਦੀ ਰੱਖਿਆ ਲਈ ਇੰਨੇ ਕਾਨੂੰਨ ਕਿਉਂ ਬਣਾਏ ਗਏ ਹਨ? ਕਾਰਨ ਸਿੱਧਾ ਹੈ, ਕਿਉਂਕਿ ਔਰਤਾਂ ਨੂੰ ਸ਼ੋਸ਼ਣ ਦਾ ਖਤਰਾ ਜ਼ਿਆਦਾ ਹੈ। ਨਹੀਂ ਤਾਂ ਕਾਨੂੰਨਾਂ ਦੀ ਲੋੜ ਹੀ ਕਿਉਂ ਪੈਂਦੀ? ਬਹੁਤ ਸਾਰਾ ਖਤਰਾ ਤਾਂ ਟਾਲਿਆ ਜਾ ਸਕਦਾ ਹੈ, ਪਰ ਉਹ ਖਤਰਾ ਉਹਨਾਂ ਖੁਦ ਹੀ ਚੁੱਕਿਆ ਹੋਇਆ ਹੈ। ਤਾਂ ਫਿਰ ਇਹ ਬਦਲਾਅ ਕਿਵੇਂ ਲਿਆਉਣਾ ਹੈ? ਇਹ ਕੁੜੀਆਂ ਅਤੇ ਔਰਤਾਂ ਨੂੰ ਵੱਖਰੇ ਢੰਗ ਨਾਲ ਸੋਚਣ ਲਈ ਕਿਵੇਂ ਤਿਆਰ ਕਰਨਾ ਹੈ? ਖਾਸ ਕਰਕੇ ਨਵੀਂ ਪੀੜ੍ਹੀ ਜੋ ਮੇਰੇ ਆਲੇ-ਦੁਆਲੇ ਹੈ, ਜਿਨ੍ਹਾਂ ਨੂੰ ਮੈਂ ਵੇਖਦੀ ਹਾਂ, ਉਹਨਾਂ ਨੂੰ ਲੱਗਦਾ ਹੈ ਕਿ ਉਹ ਬਹੁਤ ਆਜ਼ਾਦ ਹਨ। ਉਹਨਾਂ ਨੂੰ ਪਤਾ ਹੈ ਕੀ ਕਰਨਾ ਚਾਹੀਦਾ ਹੈ, ਪਰ ਫਿਰ ਵੀ ਸਮਾਜਿਕ ਦਬਾਅ ਹੇਠਾਂ ਹਨ। ਪਰ ਉਹ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਹਨ। ਇਹ ਦਬਾਅ ਨਹੀਂ ਹੈ,
ਇਹ ਇੱਕ ਸੌਦਾ ਹੈ, ਇੱਕ ਸੌਦਾ, ਅਤੇ ਉਹਨਾਂ ਨੂੰ ਇਸ ਸੌਦੇ ਤੋਂ ਬਾਹਰ ਆਉਣਾ ਪਵੇਗਾ। ਇਹ ਇੱਕ ਐਸਾ ਸੌਦਾ ਹੈ ਜੋ ਮਿਠਾਸ ਤੇ ਸੁਰੱਖਿਆ ਦਾ ਵਾਅਦਾ ਕਰਦਾ ਹੈ। ਇਹ ਸੌਦਾ ਹੈ, ਦਬਾਅ ਨਹੀਂ। ਉਹਨਾਂ ਨੂੰ ਪਰੀਆਂ ਦੀਆਂ ਕਹਾਣੀਆਂ 'ਚ ਜੀਣਾ ਛੱਡਣਾ ਪਵੇਗਾ। ਉਹ ਪੁਰਾਣੀਆਂ ਰਵਾਇਤੀ ਗੱਲਾਂ ਤੇ ਚਿੱਤਰਕਾਰੀ ਵਾਲੀਆਂ ਝਲਕਾਂ, ਲਾਡਲਾ ਪਿਓ, ਪਿਆਰ ਭਰੀ ਮਾਂ, ਸ਼ਰਾਰਤੀ ਭਰਾ, ਸੁਰੱਖਿਆ ਦੇਣ ਵਾਲਾ ਤੇ ਪਿਆਰ ਕਰਨ ਵਾਲਾ ਪਤੀ। ਨਹੀਂ, ਇਹ ਇੱਕ ਸੌਦਾ ਹੈ। ਸੌਦਾ ਇਹ ਹੈ ਕਿ ਤੂੰ ਇਹ ਚਿੱਤਰ, ਇਹ ਕਹਾਣੀਆਂ ਮੰਨ ਲੈ, ਅਤੇ ਜੇਕਰ ਤੁਸੀਂ ਇਹਨਾਂ ਨੂੰ ਮੰਨ ਲੈਂਦੇ ਹੋ ਤਾਂ ਫਿਰ ਤੁਹਾਨੂੰ ਕਹਾਣੀ ਵਿੱਚ ਜਿਸ ਭੂਮਿਕਾ ਨੂੰ ਤੁਸੀਂ ਮੰਨਿਆ ਹੈ ਉਸ ਅਨੁਸਾਰ ਸਭ ਕੁਝ ਮਿਲੇਗਾ। ਦੇਖੋ, ਸੌਦਾ ਹੈ, ਇੱਕ ਕਹਾਣੀ ਹੈ। ਮਿਹਰਬਾਨੀ ਕਰਕੇ ਆਪਣੇ ਆਪ ਨੂੰ ਇਸ ਪਾਤਰ ਦੇ ਅਨੁਕੂਲ ਢਾਲ ਲਓ। ਜੇ ਤੁਸੀਂ ਇਹ ਕਿਰਦਾਰ ਨਿਭਾਓਗੇ ਤਾਂ ਪਾਪਾ ਉਹ ਕਿਰਦਾਰ ਨਿਭਾਉਣਗੇ। ਇਹੀ ਸੌਦਾ ਹੈ। ਤੂੰ ਮਿੱਠੀ, ਆਗਿਆਕਾਰੀ ਤੇ ਨਾਜ਼ੁਕ ਕੁੜੀ ਬਣੀ ਰਹੀਂ ਤੇ ਪਾਪਾ ਬਣ ਜਾਣਗੇ ਇੱਕ ਸੁਪਰਮੈਨ ਜੋ ਸਭ ਕੁਝ ਮੁਹੱਈਆ ਕਰਵਾਉਂਦਾ ਹੈ। ਤੁਹਾਨੂੰ ਇਹ ਸੌਦਾ ਰੱਦ ਕਰਨਾ ਚਾਹੀਦਾ ਹੈ। ਇਹ ਬਹੁਤ ਮਾੜਾ ਸੌਦਾ ਹੈ ਅਤੇ ਇਹ ਗੱਲ ਸਮਝਣ ਵਾਲੀ ਹੈ ਕਿ ਇਹ ਬਹੁਤ ਹੀ ਮਾੜਾ ਸੌਦਾ ਹੈ। ਮੈਂ ਸਮਝ ਸਕਦਾ ਹਾਂ, ਇਤਿਹਾਸਕ ਤੌਰ ਤੇ ਹਾਂ, ਦਬਾਅ ਸੀ, ਕਿਉਂਕਿ ਔਰਤਾਂ ਸਰੀਰਕ ਤੌਰ ਤੇ ਥੋੜ੍ਹੀਆਂ ਕਮਜ਼ੋਰ ਹੁੰਦੀਆਂ ਹਨ ਅਤੇ ਮਨੁੱਖਤਾ ਨੇ ਕੁਝ ਸਮੇਂ ਪਹਿਲਾਂ ਹੀ ਕ੍ਰਿਤਰਿਮ ਊਰਜਾ ਦੇ ਸਰੋਤ ਲੱਭੇ ਹਨ। ਉਸ ਤੋਂ ਪਹਿਲਾਂ ਅਸੀਂ ਆਪਣੀ ਸਰੀਰਕ ਤਾਕਤ ਤੇ ਨਿਰਭਰ ਸਾਂ, ਇਨਸਾਨੀ ਮਾਸਪੇਸ਼ੀ ਤਾਕਤ। ਅਤੇ ਔਰਤਾਂ ਕੋਲ ਇਹ ਮਰਦਾਂ ਨਾਲੋਂ ਘੱਟ ਸੀ, ਇਸ ਕਰਕੇ ਉਹਨਾਂ ਨੂੰ ਨੁਕਸਾਨ ਸੀ। ਹਾਂ, ਪਰ ਹੁਣ ਐਸਾ ਨਹੀਂ ਹੈ। ਹੁਣ ਅਸੀਂ ਆਪਣੀ ਮਾਸਪੇਸ਼ੀਆਂ ਦੀ ਤਾਕਤ, ਆਪਣੇ ਡੌਲਿਆਂ ਦੀ ਵਰਤੋਂ ਨਾ ਤਾਂ ਕਾਰ ਚਲਾਉਣ ਲਈ ਕਰਦੇ ਹਾਂ, ਨਾ ਹੀ ਕਿਸੇ ਬੰਬਾਰ ਜਹਾਜ਼ ਨੂੰ ਉਡਾਉਣ ਲਈ। ਊਰਜਾ ਕਿਤੇ ਹੋਰੋਂ ਆਉਂਦੀ ਹੈ। ਇਹ ਇੱਕ ਸਮਝੌਤਾ ਸੀ ਜੋ ਇਤਿਹਾਸਕ ਤੌਰ ਤੇ ਸਦਾ ਨਿਭਾਇਆ ਗਿਆ, ਪਰ ਹੁਣ ਇਤਿਹਾਸ ਦੀ ਇਸ ਰਵਾਇਤ ਨੂੰ ਚੁਣੌਤੀ ਦੇਣੀ ਪਵੇਗੀ ਤੇ ਤੋੜਨਾ ਪਵੇਗਾ। ਅਖੀਰ ਔਰਤਾਂ ਅਜੇ ਵੀ ਉਹੀ ਪੁਰਾਣੀ ਭੂਮਿਕਾ ਕਿਉਂ ਨਿਭਾ ਰਹੀਆਂ ਹਨ ਤੇ ਪਟ ਕਥਾ ਦਾ ਉਹੀ ਰਟਿਆ ਰਟਾਇਆ ਕਿਰਦਾਰ ਕਿਉਂ ਨਿਭਾ ਰਹੀਆਂ ਹਨ? ਕੋਈ ਆ ਕੇ ਹਮਦਰਦੀ ਦਿਖਾਉਂਦਾ ਹੈ ਤੇ ਬਹੁਤ ਸਾਰੀਆਂ ਕੁੜੀਆਂ ਲਈ ਇਹੀ ਸੁਰੱਖਿਆ ਹੁੰਦੀ ਹੈ। ਕੋਈ ਉਸ ਨਾਲ ਹਿਕਾਰਤ ਭਰੇ ਢੰਗ ਨਾਲ ਗੱਲ ਕਰਦਾ ਹੈ। ਕੁੜੀ ਠੋਕਵਾਨ ਜਵਾਬ ਨਹੀਂ ਦਿੰਦੀ। ਕਿਉਂ? ਕਿਉਂਕਿ ਉਸ ਦੇ ਅੰਦਰ ਇਹ ਚੱਲ ਰਿਹਾ ਹੈ ਕਿ ਉਸ ਨੂੰ ਸੁਰੱਖਿਅਤ ਖੇਡਣਾ ਚਾਹੀਦਾ ਹੈ। ਪਰ ਹੁਣ ਤੁਹਾਨੂੰ ਸੁਰੱਖਿਅਤ ਖੇਡਣ ਦੀ ਲੋੜ ਨਹੀਂ, ਕਿਉਂਕਿ ਤੁਸੀਂ ਤਾਂ ਫਿਰ ਵੀ ਅਸੁਰੱਖਿਅਤ ਹੀ ਹੋ, ਭਾਵੇਂ ਸੁਰੱਖਿਅਤ ਖੇਡ ਵੀ ਲਓ। ਹੁਣ ਤੁਹਾਨੂੰ ਇਹ ਸਭ ਚੁੱਪਚਾਪ ਸਹਿਣ ਦੀ ਲੋੜ ਨਹੀਂ, ਕਿਉਂਕਿ ਜੇ ਤੁਸੀਂ ਚੁੱਪ ਰਹੇ ਵੀ
ਤਾਂ ਵੀ ਉਹ ਕਦੇ ਸੰਤੁਸ਼ਟ ਨਹੀਂ ਹੋਏਗਾ। ਉਹ ਤੁਹਾਨੂੰ ਪੈਰਾਂ ਹੇਠਾਂ ਹੀ ਰੋਲੇਗਾ ਤੇ ਇੱਕ ਦਿਨ ਜਦੋਂ ਤੁਸੀਂ ਥੋੜਾ ਜਿਹਾ ਵੀ ਵਿਰੋਧ ਕਰੋਗੇ, ਤੁਹਾਨੂੰ ਗੋਲੀ ਮਾਰ ਦਿੱਤੀ ਜਾਏਗੀ। ਕੀ ਇਹ ਕੋਈ ਵਧੀਆ ਸੌਦਾ ਹੋਇਆ? ਜੇਕਰ ਸਾਲਾਂ ਦੀ ਗੁਲਾਮੀ ਦੇ ਬਾਵਜੂਦ ਵੀ ਇਹੀ ਮਿਲਣਾ ਸੀ। ਮੈਂ ਅਕਸਰ ਕਹਿੰਦਾ ਹਾਂ ਤੇ ਇੰਨੀ ਵਾਰ ਕਹਿ ਚੁੱਕਿਆ ਹਾਂ ਤੇ ਹੁਣ ਤਾਂ ਇਹ ਵੀ ਇੱਕ ਰਟਿਆ ਰਟਾਇਆ ਜਿਹਾ ਵਾਕ ਬਣ ਗਿਆ ਹੈ। ਤੁਸੀਂ ਇੱਕ ਇਨਸਾਨ ਹੋ। ਤੁਸੀਂ ਮੱਧਕਾਲੀ ਔਰਤ ਵਾਲੀਆਂ ਸਾਰੀਆਂ ਨਿਸ਼ਾਨੀਆਂ ਤੇ ਲੱਛਣ ਕਿਉਂ ਢੋ ਰਹੇ ਹੋ? ਤੁਸੀਂ ਵੇਖੋ ਕਿ ਵਿਆਹ ਵਾਲੀਆਂ ਕੁੜੀਆਂ ਕਿਵੇਂ ਤਿਆਰ ਹੁੰਦੀਆਂ ਨੇ। ਥੋੜਾ ਸਮਝਣ ਦੀ ਕੋਸ਼ਿਸ਼ ਕਰੋ। ਸਰੀਰ ਤੇ ਇੰਨਾ ਸਾਰਾ ਧਾਤੂ ਪਾਇਆ ਜਾਂਦਾ ਹੈ। ਇਹ ਤੁਹਾਡੇ ਸਰੀਰ ਦਾ ਮੁੱਖ ਅੰਗ ਹੈ, ਬਗਾਵਤ ਦਾ। ਜੇ ਇਸ ਨੂੰ ਪਾਸੇ ਰੱਖ ਦਿੱਤਾ ਜਾਵੇ, सांकेतिक तौर ਤੇ ਇਹੀ ਤਾਕਤ, ਹੌਸਲੇ, ਬਗਾਵਤ, ਵਿਅਕਤੀਤਵ ਦੀ ਨਿਸ਼ਾਨੀ ਹੈ ਨਾ? ਇਹ ਅਤੇ ਫਿਰ ਤੁਸੀਂ ਇਸ ਤੇ ਇੰਨਾ ਸਾਰਾ ਕੱਚ ਪਾ ਲੈਨੇ ਹੋ। ਅਸੀਂ ਇਹਨਾਂ ਨੂੰ ਇਮਾਨਦਾਰੀ ਨਾਲ ਹੱਥਕੜੀਆਂ ਕਿਉਂ ਨਹੀਂ ਕਹਿੰਦੇ? ਕਿਉਂਕਿ ਕੰਮ ਤਾਂ ਇਹ ਬਿਲਕੁਲ ਉਹੀ ਕਰਦੀਆਂ ਹਨ। ਹੁਣ ਤੁਸੀਂ ਭੱਜ ਨਹੀਂ ਸਕਦੇ, ਹੁਣ ਤੁਸੀਂ ਲੜ ਨਹੀਂ ਸਕਦੇ, ਹੁਣ ਤੁਸੀਂ ਵਿਰੋਧ ਵੀ ਨਹੀਂ ਕਰ ਸਕਦੇ। ਨਹੀਂ ਤਾਂ ਕੱਚ ਤੁਹਾਡੇ ਆਪਣੀ ਹੀ ਬਾਂਹ ਵਿੱਚ ਚੁੱਭ ਜਾਵੇਗਾ। ਅਤੇ ਇਹ ਉਹੀ ਥਾਂ ਹੈ ਜਿੱਥੇ ਬਾਂਹ ਸਭ ਤੋਂ ਕਮਜ਼ੋਰ ਹੁੰਦੀ ਹੈ ਅਤੇ ਹੁਣ ਵੱਡੀ ਜਾਏਗੀ। ਤੁਸੀਂ ਆਪਣੇ ਗੁੱਟ ਤੇ ਇੰਨਾ ਕੱਚ ਪਾ ਕੇ ਲੜ ਕੇ ਵੇਖੋ, ਫਿਰ ਵੇਖੋ ਕਲਾਈਆਂ ਕਿਵੇਂ ਵੱਡੀਆਂ ਜਾਂਦੀਆਂ ਹਨ। ਪਰ ਔਰਤਾਂ ਤਾਂ ਕਹਿੰਦੀਆਂ ਨੇ ਕਿ ਉਹਨਾਂ ਨੂੰ ਇਹ ਪਸੰਦ ਹੀ ਬਹੁਤ ਹੈ। ਕੀ ਮੈਂ ਸੋਹਣੀ ਨਹੀਂ ਹਾਂ? ਵੇਖੋ ਜੀ, ਕਿਰਪਾ ਕਰਕੇ ਸਮਝਣ ਦੀ ਕੋਸ਼ਿਸ਼ ਕਰੋ। ਇਤਿਹਾਸ ਵਿੱਚ ਤੁਹਾਡੇ ਲਈ ਕੁਝ ਵੀ ਨਹੀਂ ਹੈ, ਬਿਲਕੁਲ ਕੁਝ ਵੀ ਨਹੀਂ। ਤੁਹਾਡੇ ਕੋਲ ਸਿਰਫ ਇਹੀ ਹੈ। ਅਤੀਤ ਤੁਹਾਡੇ ਕਿਸੇ ਕੰਮ ਦਾ ਨਹੀਂ ਹੈ। ਮੈਂ ਔਰਤਾਂ ਨਾਲ ਗੱਲ ਕਰ ਰਿਹਾ ਹਾਂ। ਜੋ ਪੁਰਾਣੇ ਸਮਿਆਂ ਦੀ ਪ੍ਰਣਾਲੀਆਂ ਤੋਂ ਲਾਭਵਾਨ ਰਹੇ ਸਨ, ਚਾਹੇ ਉਹ ਸ਼ੋਸ਼ਣਕਾਰੀ ਸਨ ਜਾਂ ਹੋਰ ਕਿਸੇ ਤਰੀਕੇ ਨਾਲ, ਉਹਨਾਂ ਨੂੰ ਚਿਮੜੇ ਰਹਿਣ ਦੋ ਅਤੀਤ ਨਾਲ, ਜੇ ਉਹ ਇਹੀ ਚਾਹੁੰਦੇ ਹਨ। ਤੇ ਜੇ ਉਹ ਅਜਿਹਾ ਕਰਦੇ ਵੀ ਨੇ ਤਾਂ ਇਹ ਵਾਜਬ ਵੀ ਲੱਗਦਾ ਹੈ ਨਾ? ਉਹ ਪਿਛਲੇ ਸਮੇਂ ਦੇ ਹਰ ਤਰ੍ਹਾਂ ਦੇ ਸਮਾਜਿਕ, ਆਰਥਿਕ ਤੇ ਧਾਰਮਿਕ ਸਿਸਟਮਾਂ ਤੋਂ ਲਾਭਵਾਨ ਰਹੇ ਹਨ। ਇਸ ਕਰਕੇ ਉਹ ਚਾਹੁੰਦੇ ਨੇ ਕਿ ਪੁਰਾਣਾ ਹੀ ਅੱਗੇ ਵਧੇ। ਉਹਨਾਂ ਦੀ ਗੱਲ ਤਾਂ ਸਮਝ ਆਉਂਦੀ ਵੀ ਹੈ। ਪਰ ਔਰਤਾਂ ਨੂੰ ਅਤੀਤ ਦੀ ਸੰਭਾਲ ਕਰਨ ਨਾਲ ਕੀ ਲਾਭ ਮਿਲਦਾ ਹੈ? ਤੁਹਾਨੂੰ ਕੀ ਮਿਲ ਗਿਆ? ਉਸਨੇ ਤਾਂ ਨਵਜਾਤ ਨੂੰ ਮਾਰਨ ਦਾ ਫੈਸਲਾ ਵੀ ਲਿਆ, ਪਰ ਪਰਿਵਾਰ, ਸਮਾਜ, ਭਾਈਚਾਰੇ ਜਾਂ ਦੇਸ਼ ਦੇ ਕਿਸੇ ਵੀ ਪੱਧਰ ਤੇ ਫੈਸਲੇ ਲੈਣ ਵਿੱਚ ਔਰਤਾਂ ਦੀ ਸਾਝਦਾਰੀ ਬਹੁਤ ਘੱਟ ਹੁੰਦੀ ਹੈ। ਆਪਣੇ ਹੀ ਸਰੀਰ ਤੇ ਵੀ ਹੱਕ ਨਾ ਹੋਣਾ। लगातार गर्भवती रहना, बल्कि जबरदस्ती गर्भ करना।
ਇਤਿਹਾਸ 'ਚ ਤੁਹਾਡਾ ਕੀ ਫਾਇਦਾ ਹੈ? ਤੁਹਾਡੇ ਕੋਲ ਵਰਤਮਾਨ ਹੈ ਅਤੇ ਜੇ ਤੁਸੀਂ ਆਜ਼ਾਦ ਹੋ ਸਕੇ ਤਾਂ ਭਵਿੱਖ ਵੀ ਚੰਗਾ ਹੋ ਸਕਦਾ ਹੈ। ਪਰ ਤੁਸੀਂ ਪੁਰਾਣੀਆਂ ਰੂੜੀਆਂ ਨਾਲ ਕਿਉਂ ਚਿੰਬੜੇ ਹੋਏ ਹੋ? ਉੱਥੇ ਤੁਹਾਡੇ ਲਈ ਕੁਝ ਵੀ ਨਹੀਂ। ਪਰ ਉਸ ਨੂੰ ਇਨਾਮ ਮਿਲਦਾ ਹੈ। ਇਨਾਮ ਮਿਲਦਾ ਹੈ ਤੇ ਇਹੀ ਗੱਲ ਉਹਦੀ ਹਾਰ ਬਣ ਜਾਂਦੀ ਹੈ। ਇੱਥੇ ਹੀ ਉਹ ਠੱਗੀ ਜਾਂਦੀ ਹੈ ਜਾਂ ਫਿਰ ਆਪਣੀ ਮਰਜ਼ੀ ਨਾਲ ਠੱਗਣਾ ਚੁਣਦੀ ਹੈ। ਤੁਸੀਂ ਆਪਣੀ ਆਜ਼ਾਦੀ ਸੌਂਪ ਦਿਓ, ਅਸੀਂ ਤੁਹਾਨੂੰ ਚੰਗੀਆਂ ਚੰਗੀਆਂ ਚੀਜ਼ਾਂ ਦੇਵਾਂਗੇ। ਇਹੀ ਉਹ ਸੌਦਾ ਹੈ ਜਿਸ ਤੋਂ ਮੈਂ ਉਸ ਨੂੰ ਬਾਹਰ ਆਉਣ ਲਈ ਕਹਿ ਰਿਹਾ ਹਾਂ। ਇਹ ਸੌਦਾ ਤੋੜਨਾ ਬਹੁਤ ਜ਼ਰੂਰੀ ਹੈ। ਸਾਨੂੰ ਇੱਕ ਇਨਸਾਨ ਚਾਹੀਦਾ ਹੈ, ਨਾ ਕਿ ਲਿੰਗ ਦੀ ਨਕਲ। ਅਤੇ ਇਹੀ ਚੀਜ਼ ਸਾਰੇ ਸਹੀ ਸੋਚ ਵਾਲੇ ਮਰਦ ਵੀ ਚਾਹੁੰਦੇ ਨੇ। ਕਿਰਪਾ ਕਰਕੇ ਸਮਝੋ, ਇਹ ਔਰਤਾਂ ਵਿਰੁੱਧ ਮਰਦਾਂ ਦੀ ਜਾਂ ਇੱਕ ਲਿੰਗ ਵਿਰੁੱਧ ਦੂਜੇ ਦੀ ਗੱਲ ਨਹੀਂ ਹੈ। ਇਹ ਅਕਲਮੰਦ ਵਿਰੁੱਧ ਮੂਰਖ ਇਨਸਾਨਾਂ ਦੀ ਗੱਲ ਹੈ। ਸਿਆਣੇ ਆਦਮੀ, ਅਸੀਂ ਕਿਹਾ ਸਹੀ ਸੋਚ ਵਾਲੇ ਆਦਮੀ, ਉਹ ਜੋ ਆਪਣੇ ਆਪ ਦੀ ਪਰਵਾਹ ਕਰਦੇ ਹਨ। ਮੈਂ ਇਹ ਨਹੀਂ ਕਹਿ ਰਿਹਾ ਕਿ ਔਰਤਾਂ ਦੀ ਪਰਵਾਹ ਕਰੋ। ਜੋ ਮਰਦ ਜ਼ਿੰਦਗੀ ਨੂੰ ਅਸਲ ਵਿੱਚ ਸਮਝਦੇ ਨੇ, ਉਹ ਵੀ ਬੇਸਬਰੀ ਨਾਲ ਉਡੀਕ ਕਰ ਰਹੇ ਨੇ ਕਿ ਔਰਤਾਂ ਅਤੀਤ ਤੋਂ ਬਾਹਰ ਨਿਕਲਣ ਅਤੇ ਮੌਜੂਦਾ ਸਮੇਂ ਵਿੱਚ ਕਦਮ ਰੱਖਣ। ਮੈਨੂੰ ਨਹੀਂ ਪਤਾ ਔਰਤਾਂ ਵਿੱਚ ਅਤੀਤ ਅਤੇ ਪਰੰਪਰਾਵਾਂ ਲਈ ਐਨੀ ਕੀ ਖਿੱਚ ਹੈ। ਉਸ ਨੂੰ ਹਰ ਤਰ੍ਹਾਂ ਦਾ ਸਸ਼ਕਤੀਕਰਨ ਦਿਓ, ਪਰ ਇਹ ਵੀ ਤਾਂ ਘੁਮਾਉਣ ਵਾਲਾ ਬਿਆਨ ਹੀ ਹੈ ਨਾ। ਉਸ ਨੂੰ ਸਸ਼ਕਤੀਕਰਨ ਦੇ ਦਿਓ ਤੇ ਫਿਰ ਝੂਠੀ ਮਰਜ਼ੀ ਦੇ ਨਾਂ ਤੇ ਉਹ ਆਪਣੀ ਆਜ਼ਾਦੀ ਤਿਆਗ ਦੇਵੇਗੀ। ਉਹ ਕਹੇਗੀ, ਦੇਖੋ, ਮੈਂ ਕੰਮਕਾਜ ਵਾਲੀ ਔਰਤ ਨਹੀਂ ਬਣਨਾ ਚਾਹੁੰਦੀ ਅਤੇ ਇਹ ਮੇਰੀ ਆਪਣੀ ਆਜ਼ਾਦ ਚੋਣ ਹੈ। ਆਈਵੀ ਲੀਗ ਜਾਂ ਭਾਰਤ ਦੇ IIT ਅਤੇ IIM ਤੋਂ ਪਾਸ ਹੋਣ ਤੋਂ 10 ਸਾਲ ਬਾਅਦ ਤੱਕ ਕਿੰਨੀਆਂ ਕੁ ਔਰਤਾਂ ਕੰਮ ਕਰਦੀਆਂ ਹਨ? ਇਹ ਪਤਾ ਲਗਾਓ। ਗ੍ਰੈਜੂਏਸ਼ਨ ਤੋਂ 10 ਸਾਲ ਬਾਅਦ ਉਹਨਾਂ ਵਿੱਚੋਂ ਇੱਕ ਡਰਾਉਣੀ ਗਿਣਤੀ ਨੌਕਰੀ ਤੋਂ ਬਾਹਰ ਹੁੰਦੀ ਹੈ। ਤੇ ਤੁਸੀਂ ਨਹੀਂ ਕਹਿ ਸਕਦੇ ਕਿ ਉਹਨਾਂ ਨੂੰ ਇਹ ਫੈਸਲਾ ਲੈਣ ਲਈ ਜ਼ਬਰਦਸਤੀ ਮਜਬੂਰ ਕੀਤਾ ਗਿਆ। ਉਹ ਕਹਿਣਗੀਆਂ ਕਿ ਇਹ ਸਾਡਾ ਸੁਤੰਤਰ ਚੋਣ ਹੈ। ਨਹੀਂ ਜੀ ਨਹੀਂ, ਇਹ ਤੁਹਾਡੀ ਸੁਤੰਤਰ ਚੋਣ ਨਹੀਂ ਹੈ। ਇਹ ਅਤੀਤ ਹੈ ਜੋ ਹਾਲੇ ਵੀ ਚੁੱਪਚਾਪ ਤੁਹਾਡੇ ਨਾਲ ਚੱਲ ਰਿਹਾ ਹੈ।
ਆਤਮ ਗਿਆਨ ਦੀ ਕਮੀ ਵਿੱਚ ਤੁਹਾਨੂੰ ਨਹੀਂ ਪਤਾ ਲੱਗਦਾ ਕਿ ਤੁਹਾਡੀ ਚੋਣਾਂ ਕਿੱਥੋਂ ਆ ਰਹੀਆਂ ਹਨ। ਤੁਹਾਡੀਆਂ ਚੋਣਾਂ ਉਸ ਪੁਰਾਣੀ ਗੁਫਾ ਤੋਂ ਆ ਰਹੀਆਂ ਹਨ। ਤੁਹਾਡੇ ਫੈਸਲੇ ਉਸ ਮੱਧਕਾਲੀ ਕੋਠੀ ਤੋਂ ਆ ਰਹੇ ਹਨ। ਕੱਲ ਮੈਂ ਇੱਕ ਮਨੋਵਿਗਿਆਨੀ ਨਾਲ ਗੱਲ ਕਰ ਰਹੀ ਸੀ। ਉਹ ਇੱਕ ਨੌਜਵਾਨ ਅਮਰੀਕਨ ਹੈ ਤੇ ਉਹ ਵੀ ਇਹੀ ਸਵਾਲ ਕਰ ਰਹੀ ਸੀ ਕਿ ਮੈਂ ਆਚਾਰਯ ਜੀ ਨੂੰ ਸੁਣਿਆ ਹੈ ਅਤੇ ਆਚਾਰਯ ਜੀ ਜੋ ਗੱਲ ਕਰਦੇ ਨੇ, ਖਾਸ ਕਰਕੇ ਔਰਤਾਂ ਦੀਆਂ ਭਾਵਨਾਤਮਕਤਾ ਬਾਰੇ। ਉਹ ਕਹਿੰਦੀ ਕਿ ਭਾਵਨਾਤਮਕਤਾ ਔਰਤਾਂ ਦੀ ਇੱਕ ਵਿਸ਼ੇਸ਼ਤਾ ਹੈ ਜੋ ਕਈ ਵਾਰੀ ਲਾਭਦਾਇਕ ਵੀ ਹੋ ਸਕਦੀ ਹੈ। ਫਿਰ ਮੈਂ ਉਸਨੂੰ ਪੁੱਛਿਆ ਕਿ ਚਲੋ ਦੱਸੋ ਫਿਰ। ਉਹ ਕਹਿੰਦੀ ਕਿ ਇਸ ਦੀ ਸਹਾਇਤਾ ਨਾਲ ਔਰਤਾਂ ਆਪਣੇ ਆਪ ਨੂੰ ਪ੍ਰਗਟਾ ਸਕਦੀਆਂ ਹਨ। ਪਰ ਉਹ ਕਹਿੰਦੀ ਕਿ ਆਚਾਰਯ ਜੀ ਔਰਤਾਂ ਦੇ ਨਜ਼ਰੀਏ ਤੋਂ ਨਹੀਂ ਸੋਚਦੇ ਅਤੇ ਉਹਨਾਂ ਤੇ ਵਿਚਾਰ ਥੋਪਣ ਦੀ ਕੋਸ਼ਿਸ਼ ਕਰਦੇ ਨੇ। ਤੇ ਮੈਂ ਕਿਹਾ ਚਲੋ ਠੀਕ ਏ, ਕਿਉਂਕਿ ਉਹ ਮਨੋਵਿਗਿਆਨੀ ਹੈ ਅਤੇ ਵੱਖ-ਵੱਖ ਕਿਸਮ ਦੀਆਂ ਕੁੜੀਆਂ ਅਤੇ ਔਰਤਾਂ ਨਾਲ ਕੰਮ ਕਰਦੀ ਹੈ। ਤਾਂ ਮੈਂ ਉਸਨੂੰ ਪੁੱਛਿਆ ਕਿ ਕਿੰਨੇ ਪ੍ਰਤੀਸ਼ਤ ਲੋਕਾਂ ਨੂੰ ਮਨੋਵਿਗਿਆਨਕ ਸਲਾਹ ਲੈਣ ਦਾ ਅਵਸਰ ਉਪਲਬਧ ਹੈ ਤੇ ਆਚਾਰਯ ਜੀ ਕੀ ਕਰ ਰਹੇ ਹਨ। ਉਹਨਾਂ ਨੂੰ ਮਜ਼ਬੂਤ ਬਣਨ ਲਈ ਕਹਿ ਰਹੇ ਹਨ, ਆਪਣੇ ਹੱਕ ਲਈ ਖੜੇ ਹੋਣ ਲਈ ਉਤਸ਼ਾਹਿਤ ਕਰ ਰਹੇ ਹਨ। ਮੈਨੂੰ ਦੱਸੋ ਹੋਰ ਕਿਹੜਾ ਤਰੀਕਾ ਉਹਨਾਂ ਤੱਕ ਪਹੁੰਚਣ ਦਾ ਹੋ ਸਕਦਾ ਹੈ ਜੋ ਆਚਾਰਯ ਜੀ ਦੇ ਤਰੀਕੇ ਜਿੰਨਾ ਪ੍ਰਭਾਵਸ਼ਾਲੀ ਹੋਵੇ। ਉਹ ਕਹਿੰਦੀ, ਉਹ ਹਾਂ, ਇਹ ਗੱਲ ਤਾਂ ਬਿਲਕੁਲ ਠੀਕ ਹੈ। ਪਰ ਮੇਰਾ ਤੁਹਾਨੂੰ ਸਵਾਲ ਹੈ, ਜੇ ਅਗਲੀ ਵਾਰੀ ਕੋਈ ਇੰਜ ਦਾ ਸਵਾਲ ਪੁੱਛੇ ਤਾਂ ਮੈਂ ਕਿਸ ਤਰੀਕੇ ਨਾਲ ਜਾਂ ਕਿਸੋ ਚੰਗੇ ਤਰੀਕੇ ਨਾਲ ਜਵਾਬ ਦੇ ਸਕਦੀ ਹਾਂ। ਨਹੀਂ, ਇਹ ਬਹੁਤ ਖੁੱਲ੍ਹੀ ਤੇ ਸਾਫ਼ ਗੱਲ ਹੈ। ਸ਼ਿਕਾਇਤ ਇਹ ਹੈ ਕਿ ਔਰਤਾਂ ਨੂੰ ਆਪਣੇ ਜਜ਼ਬਾਤਾਂ ਨਾਲ ਰਹਿਣ ਦੀ, ਆਪਣੇ ਭਾਵਨਾਤਮਕ ਰੂਪ ਨੂੰ ਪ੍ਰਗਟ ਕਰਨ ਦੀ ਤੇ ਜਿਵੇਂ ਉਹ ਹਨ ਤਿਵੇਂ ਹੀ ਰਹਿਣ ਦੀ ਇਜਾਜ਼ਤ ਕਿਉਂ ਨਹੀਂ ਮਿਲਦੀ। ਕਾਰਨ ਬਹੁਤ ਸਧਾਰਨ ਹੈ, ਤੁਸੀਂ ਆਪਣੀਆਂ ਭਾਵਨਾਵਾਂ ਨਹੀਂ ਚੁਣਦੇ। ਤੁਹਾਡੀਆਂ ਭਾਵਨਾਵਾਂ ਤੁਹਾਡੀਆਂ ਆਪਣੀਆਂ ਨਹੀਂ ਹਨ। ਮੈਂ ਉਸ ਵਿਅਕਤੀ ਨੂੰ ਛਾਤੀ, ਕੁੱਲੇ ਅਤੇ ਬੱਚੇਦਾਨੀ ਵਾਲੇ ਵਿਅਕਤੀ ਵਜੋਂ ਨਹੀਂ ਦੇਖ ਰਿਹਾ। ਮੈਂ ਉਸ ਨੂੰ ਇੱਕ ਚੇਤਨਾ ਵਜੋਂ ਵੇਖ ਰਿਹਾ ਹਾਂ ਅਤੇ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਭਾਵਨਾਵਾਂ ਕਿੱਥੋਂ ਆਉਂਦੀਆਂ ਹਨ। ਜਿਹੜੀਆਂ ਭਾਵਨਾਵਾਂ ਬਾਰੇ ਅਸੀਂ ਗੱਲ ਕਰ ਰਹੇ ਹਾਂ, ਉਹਨਾਂ ਵਿੱਚੋਂ ਬਹੁਤ ਸਾਰੀਆਂ ਤਾਂ ਸਿੱਧੀਆਂ ਬੱਚੇਦਾਨੀ ਤੋਂ ਹੀ ਉਤਪੰਨ ਹੁੰਦੀਆਂ ਹਨ। ਜੇ ਕੋਈ ਜੈਵਿਕ ਪ੍ਰਕਿਰਿਆ ਜਾਂ ਰਸਾਇਣਕ ਚੀਜ਼ ਹੋ ਸਕੇ ਤਾਂ ਇਹਨਾਂ ਬਹੁਤ ਸਾਰੀਆਂ ਭਾਵਨਾਵਾਂ ਦਾ ਅਨੁਭਵ ਹੀ ਨਾ ਹੋਏ। ਉਸੀ ਤਰ੍ਹਾਂ ਇਹਨਾਂ ਭਾਵਨਾਵਾਂ ਨੂੰ ਵਧਾਇਆ ਵੀ ਜਾ ਸਕਦਾ ਹੈ। ਬਸ ਇੱਕ ਇੰਜੈਕਸ਼ਨ ਜਾਂ ਇੱਕ ਛੋਟੀ ਜਿਹੀ ਗੋਲੀ ਤੇ ਤੁਹਾਨੂੰ ਭਾਵਨਾਵਾਂ ਦਾ ਇੱਕ ਧਮਾਕਾ ਜਿਹਾ ਲੱਗੇਗਾ। ਕੀ ਤੁਹਾਡੀਆਂ ਭਾਵਨਾਵਾਂ ਸੱਚਮੁੱਚ ਤੁਹਾਡੀਆਂ ਹੀ ਹਨ? ਅਤੇ ਫਿਰ ਤੁਸੀਂ ਇਹੀ ਭਾਵਨਾਵਾਂ ਹੋਰ ਸਾਰੇ ਜੀਵਾਂ ਨਾਲ ਸਾਂਝੀਆਂ ਕਰਦੇ ਹੋ। ਕਿਹੜੀਆਂ ਭਾਵਨਾਵਾਂ ਦੀ ਗੱਲ ਕਰ ਰਿਹਾ ਹਾਂ? ਸਾਰੀਆਂ ਭਾਵਨਾਵਾਂ ਬਹੁਤ ਹੀ ਮੁੱਢਲੀ ਅਤੇ ਸਰੀਰਕ ਸੁਭਾਅ ਦੀਆਂ ਹੁੰਦੀਆਂ ਹਨ। ਮੈਨੂੰ ਭਾਵਨਾਵਾਂ ਨਾਲ ਕੋਈ ਵਿਰੋਧ ਨਹੀਂ ਹੈ, ਪਰ ਜਦੋਂ ਭਾਵਨਾਵਾਂ ਤੁਹਾਡੀ ਆਜ਼ਾਦੀ, ਤੁਹਾਡੀ ਮੁਕਤੀ ਪਾਉਣ ਦੀ ਯੋਗਤਾ, ਤੁਹਾਡੀ ਸਾਫ਼ ਦੇਖਣ ਦੀ ਸਮਰੱਥਾ ਰੋਕਣ ਲੱਗ ਪੈਣ, ਤਾਂ ਕੀ ਸਾਨੂੰ ਨਹੀਂ ਚਾਹੀਦਾ ਕਿ ਅਸੀਂ ਪੁੱਛੀਏ ਕਿ ਅਸਲ ਵਿੱਚ ਭਾਵਨਾਵਾਂ ਹੁੰਦੀਆਂ ਕੀ ਹਨ? ਜਾਂ ਫਿਰ ਅਸੀਂ ਭਾਵਨਾਵਾਂ ਨੂੰ ਬਸ ਕੋਈ ਪਵਿੱਤਰ ਚੀਜ਼ ਮੰਨ ਲਈਏ, ਐਸਾ ਕੁਝ ਜਿਸ ਵੱਲ ਵੇਖਣਾ ਵੀ ਗੁਸਤਾਖੀ ਹੋਵੇ। ਹਵਸ ਇੱਕ ਭਾਵਨਾ ਹੈ ਜਾਂ ਨਹੀਂ? ਮਾਲਕੀਅਤ ਦੀ ਭਾਵਨਾ, ਗੁੱਸਾ, ਇਹਨਾਂ ਨੂੰ ਤਾਂ ਅਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਹੀ ਹਾਂ।
ਮਤਲਬ ਸਿੱਧਾ ਸਵਾਲ ਇਹ ਹੈ ਕਿ ਸਾਡੇ ਵਿੱਚੋਂ ਕੌਣ ਆਪਣੀ ਭਾਵਨਾਵਾਂ ਜਾਂ ਸੋਚਾਂ ਨੂੰ ਚੁਣਦਾ ਹੈ। ਅਸੀਂ ਇਹਨਾਂ ਦੇ ਵੱਸ ਵਿੱਚ ਕਿਉਂ ਰਹੀਏ? ਗੱਲ ਸਹੀ ਕੰਮ ਕਰਨ ਦੀ ਹੈ, ਭਾਵੇਂ ਅੰਦਰੋਂ ਜਿੱਦਾਂ ਦੀ ਵੀ ਭਾਵਨਾ ਆਏ। ਤੁਹਾਡੀਆਂ ਭਾਵਨਾਵਾਂ ਤੁਸੀਂ ਨਹੀਂ ਹੋ, ਤੁਹਾਡੇ ਜਜ਼ਬਾਤ ਤੁਸੀਂ ਨਹੀਂ ਹੋ। ਜਜ਼ਬਾਤ ਅਸਥਾਈ ਹਨ, ਪਰ ਕੀ ਤੁਸੀਂ ਵੀ ਆਉਂਦੇ ਜਾਂਦੇ ਹੋ? ਤੇ ਭਾਵਨਾਵਾਂ ਨੂੰ ਬਾਹਰੀ ਉਤੇਜਕਾਂ ਦੇ ਸਹਾਰੇ ਬਹੁਤ ਹੀ ਰਣਨੀਤਿਕ ਢੰਗ ਨਾਲ ਤੇ ਚਲਾਕੀ ਨਾਲ ਜਗਾਇਆ ਜਾ ਸਕਦਾ ਹੈ। ਸਵਾਦ ਖਾਣੇ ਦੀ ਖੁਸ਼ਬੂ ਆਏਗੀ ਤੇ ਉਸ ਦੇ ਅਨੁਸਾਰ ਹੀ ਇੱਕ ਭਾਵਨਾ ਜਾਗੇਗੀ। ਜਾਂ ਫਿਰ ਜੇ ਤੁਸੀਂ ਨੌਜਵਾਨ ਹੋ ਅਤੇ ਕੋਈ ਬਹੁਤ ਆਕਰਸ਼ਕ ਵਿਅਕਤੀ ਜਾਣਬੁੱਝ ਕੇ ਘੱਟ ਕੱਪੜੇ ਪਾ ਕੇ ਤੁਹਾਡੇ ਕੋਲੋਂ ਲੰਘਦਾ ਹੈ ਜਾਂ ਤੁਹਾਡੇ ਤੋਂ ਖਹਿ ਕੇ ਨਿਕਲਦਾ ਹੈ, ਤਾਂ ਤੁਹਾਨੂੰ ਪਤਾ ਹੈ ਕਿ ਤੁਸੀਂ ਕਿਹੋ ਜਿਹੀ ਭਾਵਨਾ ਮਹਿਸੂਸ ਕਰੋਗੇ। ਤਾਂ ਤੁਸੀਂ ਗ੍ਰਿਫਤਾਰ ਹੋ ਸਕਦੇ ਹੋ, ਪੁਲਿਸ ਵੱਲੋਂ ਨਹੀਂ ਪਰ ਅੰਦਰੋਂ। ਤੇ ਤੁਹਾਡੀ ਆਪਣੀਆਂ ਹੀ ਭਾਵਨਾਵਾਂ ਤੁਹਾਨੂੰ ਫਸਾਉਣਗੀਆਂ। ਇੰਨਾ ਸੌਖਾ ਹੈ ਇਹ ਸਮਝਣਾ। ਮੈਨੂੰ ਸਮਝ ਨਹੀਂ ਆਉਂਦਾ ਕਿ ਕੋਈ ਮਨੋਵਿਗਿਆਨ ਪੜ੍ਹ ਕੇ ਵੀ ਇਹ ਬੁਨਿਆਦੀ ਗੱਲਾਂ ਕਿਵੇਂ ਨਹੀਂ ਜਾਣਦਾ। ਮੈਂ ਤੁਹਾਨੂੰ ਦੱਸਦਾ ਹਾਂ, ਇਹ ਦੇਖਣਾ ਇੰਨਾ ਔਖਾ ਨਹੀਂ ਹੈ। ਗੱਲ ਸਿਰਫ ਇੰਨੀ ਹੈ ਕਿ ਇਹ ਦੇਖਣਾ ਖਤਰਨਾਕ ਹੈ। ਔਖਾ ਨਹੀਂ, ਪਰ ਖਤਰਨਾਕ। ਕਿਉਂਕਿ ਜੇ ਤੁਸੀਂ ਇਸ ਗੱਲ ਨੂੰ ਮੰਨ ਲੈਂਦੇ ਹੋ ਤਾਂ ਤੁਹਾਨੂੰ ਆਪਣੇ ਬਹੁਤ ਸਾਰੇ ਹਲਕੇ ਫੁਲਕੇ ਸੁੱਖ ਛੱਡਣੇ ਪੈ ਜਾਣਗੇ। ਅਤੇ ਜੇ ਮੈਂ ਕਹਾਂ ਸਸਤੀ ਰੁਚੀਆਂ ਜੋ ਅਸੀਂ ਭਾਵਨਾਵਾਂ ਦੇ ਨਾਂ ਤੇ ਚਲਾਉਂਦੇ ਹਾਂ, ਯੂ ਸੀ ਆਈ ਮੀਨ ਦੈਟ ਇਜ਼ ਹਾਊ ਆਈ ਫੀਲ ਲਾਈਕ, ਇਹੀ ਤਾਂ ਆਖਰੀ ਜਵਾਬ ਹੁੰਦਾ ਹੈ ਬਹੁਤ ਸਾਰੀਆਂ ਚੀਜ਼ਾਂ ਦਾ, ਹੈ ਨਾ? ਤੁਸੀਂ ਕੁਝ ਕਹਿੰਦੇ ਹੋ, ਤੁਸੀਂ ਇੱਕ ਇੱਛਾ ਜਤਾਉਂਦੇ ਹੋ ਅਤੇ ਦੂਜਾ ਵਿਅਕਤੀ ਉਸ ਬਾਰੇ ਪਤਾ ਲਗਾਉਣਾ ਚਾਹੁੰਦਾ ਹੈ। ਅਤੇ ਤੁਹਾਡਾ ਆਖਰੀ ਜਵਾਬ ਹੋ ਸਕਦਾ ਹੈ, ਕੋਈ ਸਵਾਲ ਨਹੀਂ, ਮੈਨੂੰ ਇਹੀ ਮਹਿਸੂਸ ਹੁੰਦਾ ਹੈ ਤੇ ਮੈਂ ਇਹੀ ਕਰਾਂਗਾ। ਇੱਥੇ ਗੱਲ ਖਤਮ ਹੋ ਜਾਂਦੀ ਹੈ। ਇਹੀ ਤਾਂ ਸਵਾਰਥ ਹੈ। ਇਹੀ ਉਹ ਛੋਟਾ ਲਾਭ ਹੈ ਜਿਸ ਦੇ ਪਿੱਛੇ ਅਸੀਂ ਹਾਂ। ਅਤੇ ਉਸ ਛੋਟੀ ਜਿਹੀ ਗੱਲ ਲਈ ਅਸੀਂ ਕਿਸੇ ਬਹੁਤ ਹੀ ਮੂਲਭੂਤ, ਬਹੁਤ ਹੀ ਜੀਵਨਦਾਇਕ ਚੀਜ਼ ਤੇ ਸਮਝੌਤਾ ਕਰ ਲੈਂਦੇ ਹਾਂ। ਸਾਡੀ ਆਜ਼ਾਦੀ, ਜੋ ਕਿ ਜੀਵਨ ਦਾ ਅਸਲੀ ਸਾਰ ਹੈ।